ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਵਿਸ਼ਰਾਮ। ਅਸ਼ਟਪਦੀ 17ਵੀਂ। ਸ਼ਲੋਕ। ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਸਤਿਗੁਰ ਆਪਾਂ ਨੂੰ ਇੱਥੇ ਹਰ ਇੱਕ ਸ਼ਲੋਕ, ਹਰ ਇੱਕ ਅਸ਼ਟਪਦੀ 8 ਪਦਿਆਂ ਦੇ ਵਿੱਚ ਦੋ ਹੀ ਪੱਖ ਆਪਾਂ ਨੂੰ ਸਮਝਾ ਰਹੇ ਨੇ, ਝੂਠ ਤੇ ਸੱਚ, ਇੱਥੇ ਤੇ ਉੱਥੇ, ਲੋਕ ਤੇ ਪਰਲੋਕ, ਦੁੱਖ ਸਾਗਰ ਤੇ ਸੁਖ ਸਾਗਰ। ਇਹ ਆਪਾਂ ਸਮਝਣੇ ਨੇ। ਜਿਹੜੇ ਮਾਇਆ ਦੇ ਪ੍ਰਮਾਣ ਨੇ, ਸੰਸਾਰੀ ਝੂਠ ਦੇ, ਇਹ ਸਾਨੂੰ ਸਮਝਣ ਖਾਤਰ ਸਮਝਾਏ ਨੇ ਸਤਿਗੁਰਾਂ ਨੇ ਕਿ ਸੱਚ ਜਿਹੜਾ ਆਦਿ ਸੱਚ ਹੈ, ਸਾਡੀ ਮਨ ਬੁੱਧੀ ਦੀ ਪਕੜ ਤੋਂ ਪਰੇ ਹੈ, ਜਿਹਨੂੰ ਅਸੀਂ ਮਹਿਸੂਸ ਨਹੀਂ ਕਰ ਸਕਦੇ। ਸਾਡੀ ਮਨ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ ਕਿ ਅਸੀਂ ਇਹਨੂੰ ਸਮਝ ਲਈਏ, ਪਰ ਫਿਰ ਵੀ ਅਸੀਂ ਆਪਦੀ ਮੱਤ ਨਾਲ ਇਹਨੂੰ ਅਰਥਾ ਰਹੇ ਹਾਂ। ਉਹੀ ਤਾਂ ਕਰਾਹੇ ਪਏ ਹੋਏ ਆ ਭਾਈ। ਕਿਹੜੀ ਅਵਸਥਾ 'ਚ ਜਾ ਕੇ ਬਾਣੀ ਸਮਝ ਆਉਂਦੀ ਹੈ, ਕਿਹੜੀ ਅਵਸਥਾ 'ਚ ਅਰਥਾਈ ਜਾਂਦੀ ਹੈ, ਉਹੀ ਤਾਂ ਸਤਿਗੁਰ ਆਪਾਂ ਨੂੰ ਸਮਝਾ ਰਹੇ ਨੇ। ਜਦੋਂ ਮਨ ਬੁੱਧੀ ਮਾਇਆ ਦਾ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈਅ ਹੋ ਜਾਂਦੇ ਨੇ, ਉਹਨੂੰ ਬਾਣੀ ਵਿੱਚ ਦੇਵਲੋਕ ਕਿਹਾ, ਹਰਦੁਆਰ ਵੀ ਕਿਹਾ। ਭਗਤ ਕਬੀਰ ਜੀ ਸਮਝਾਉਂਦੇ ਨੇ, ਮੋਹੇ ਮਰਨੇ ਕਾ ਚਾਉ ਹੈ, ਮਰੂ ਤੋ ਹਰ ਕੇ ਦੁਆਰ। ਉਹ ਹਰਦੁਆਰ हर लोक कह लिए, संत लोक कह लिए, देवलोक कह लिए, गुर जैसा नहीं कोई देव, जिस मस्तक भाग सो लागा से। ਇਹ ਅਵਸਥਾ ਦੇ ਨਾਂ ਨੇ। ਅਸੀਂ ਸੰਸਾਰੀ ਜੀਵ ਹਾਂ, ਸੱਚ ਦਾ ਗਿਆਨ ਤਾਂ ਸਾਨੂੰ ਹੈ ਹੀ ਨਹੀਂਗਾ, ਪਰ ਅਸੀਂ ਇਹਨੂੰ ਆਪਦੀ ਬੁੱਧੀ ਨਾਲ ਅਰਥਾ ਰਹੇ ਹਾਂ। ਉਹੀ ਸਾਨੂੰ ਸਜ਼ਾ ਮਿਲਦੀ ਹੈ ਜੰਮਣ ਮਰਨ ਦੀ। ਸੰਸਾਰੀ ਦੁੱਖ ਮਿਲਦੇ ਨੇ, ਦੁੱਖ ਸੁੱਖ ਅਸੀਂ ਮਹਿਸੂਸ ਕਰਦੇ ਰਹਿੰਦੇ ਹਾਂ। ਅਨੇਕਾਂ ਉਪਦੇਸ਼ ਦੇ ਕੇ ਬਾਣੀ ਸਾਨੂੰ ਸਮਝਾਉਂਦੀ ਹੈ ਔਰ ਮਨ੍ਹਾ ਕਰਦੀ ਹੈ, ਵਰਜਦੀ ਹੈ, ਚੇਤਾਵਨੀ ਦਿੰਦੀ ਹੈ, ਰੋਕਦੀ ਹੈ, ਪਰ ਅਸੀਂ ਨਹੀਂ ਸਮਝਦੇ ਹੈਗੇ। ਆਸਾ ਦੀ ਵਾਰ ਸਤਿਗੁਰ ਸਮਝਾਉਂਦੇ ਨੇ, ਪੜ੍ਹਿਆ ਹੋਵੇ ਗੁਨੇਗਾਰ ਤਾਂ ਉਮੀ ਸਾਧਨਾ ਮਾਰੀਏ। ਅਸੀਂ ਗੁਨੇਗਾਰ ਹੈ ਭਾਈ। ਜਦ ਤੱਕ ਸਾਨੂੰ ਸੱਚ ਦੀ ਸਮਝ ਨਹੀਂ ਆਉਂਦੀ, ਅਸੀਂ ਰਸਤਾ ਸਮਝਾਉਣ ਲੱਗ ਜਾਂਦੇ ਹਾਂ, ਸਿਆਣੇ ਬਣ ਜਾਂਦੇ ਹਾਂ, ਨਵੇਂ ਰਾਹ ਕੱਢ ਲੈਂਦੇ ਹਾਂ। ਮਨ ਸ਼ੈਤਾਨ ਹੈ, ਨਵੇਂ ਰਾਹ ਕੱਢ ਲੈਂਦਾ। ਜੋ ਜਗਤ ਮੇ ਪਿਆ ਸਿਆਣਾ, ਤਿੰਨ ਆਪਣਾ ਰਾਹੋ ਚਲਾਣਾ। ਨਵੇਂ ਰਾਹ ਕੱਢ ਲੈਂਦੇ ਹਾਂ ਭਾਈ। ਅਸੀਂ ਦੇਖਦੇ ਹੀ ਹਾਂ ਪ੍ਰਚਾਰਕ ਕੀ ਕਰ ਰਹੇ ਨੇ, ਉਹੀ ਸਜ਼ਾ ਹੈ ਭਾਈ। ਬਾਣੀ ਮਨ੍ਹਾ ਕਰਦੀ ਹੈ ਸਾਨੂੰ। ਕਦ ਸਮਝਾਉਣਾ ਹੈ? ਆਪ ਜਪੇ ਅਬਰੇ ਨਾਮ ਜਪਾਵੇ। ਪਹਿਲਾਂ ਤਾਂ ਆਪ ਘਰ ਪਹੁੰਚਣਾ ਹੈ ਦੇਵਲੋਕ, ਭਗਤੀ ਸ਼ੁਰੂ ਹੋ ਗਈ ਆਪਣੀ, ਗੁਣਾਂ ਦੀ ਪ੍ਰਾਪਤੀ ਕਰਨੀ ਹੈ, ਆਤਮਾ ਦੇ ਗੁਣ ਪੈਦਾ ਹੋਣੇ ਨੇ, ਫਿਰ ਦੂਏ ਨੂੰ ਸਮਝਾਉਣਾ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ ਹਾਂ, ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ। ਦੂਆਂ 'ਤੇ ਵੀ ਉਹੀ ਅਸਰ ਹੋਣਾ ਭਾਈ, ਜਿਹੜਾ ਸਾਨੂੰ ਗਿਆਨ ਹੈ। ਸਤਿਗੁਰਾਂ ਨੇ ਮਨ੍ਹਾ ਵੀ ਕੀਤਾ, ਸਤਿਗੁਰ ਵਾਜੋਂ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚਿਆਂ ਆਖ ਵਖਾਣੀ। ਸਮਝਾਉਣ ਵਾਲਾ ਹੀ ਕੱਚਾ ਤਾਂ ਸੁਣਨ ਵਾਲਾ ਤਾਂ ਕੱਚੇ ਹੈ ਹੀ ਹੈ ਭਾਈ। ਬਾਣੀ ਤੋਂ ਬਾਹਰ ਨਹੀਂ ਜਾਣਾ ਅਸੀਂ। ਸਤਿਗੁਰਾਂ ਦੇ ਵਚਨ ਤੋਂ ਬਾਹਰ ਚਲੇ ਗਏ, ਸਮਝ ਲਓ ਗਏ ਖੱਡੇ 'ਚ ਡਿੱਗ ਪਏ, ਅਸੀਂ ਨਰਕਾਂ ਨੂੰ ਚਲੇ ਜਾਵਾਂਗੇ। ਫਿਰ ਖੰਨਿਓ ਤਿੱਖੀ ਬਾਲੋਂ ਨਿੱਕੀ, ਬਹੁਤ ਸੂਖਮ ਮਾਰ ਗਿਆ, ਇਹਨੂੰ ਸਮਝਣਾ ਵਾ। ਉਹੀ ਤਾਂ ਜਪ ਹੈ। ਜਦੋਂ ਸਮਝ 'ਚੋਂ ਗਿਆਨ ਪੈਦਾ ਹੁੰਦਾ, ਸਿਮਰਨ ਉਹ ਜਾਪ ਹੈ। ਜੋ ਸਾਨੂੰ ਪੂਰਨ ਗਿਆਨ ਹੁੰਦਾ, ਉਹਨੂੰ ਜਾਪ ਕਿਹਾ ਗਿਆ। ਪਹਿਲਾਂ ਜਪ ਹੈ, ਫਿਰ ਜਾਪ ਹੈ। ਜਾਪ ਸਾਹਿਬ ਪੜ੍ਹਦੇ ਨਾ, ਡਾਇਰੈਕਟ ਹੈ। ਸਤਿਗੁਰ ਸਮਝਾਉਂਦੇ ਆ, ਨਮਸਤਮੋ ਕਾਲੇ ਨਮਸਤੋ ਪਾਲੇ, ਸਾਰੇ ਰੂਪ ਬਾਰੇ ਸਮਝਾਇਆ ਜਾਂਦਾ ਵਾ। ਸਿੱਧਾ ਡਾਇਰੈਕਟ ਉਹ ਜਾਪ ਹੈ। ਪਰ ਪਹਿਲਾਂ ਆਦਿ ਗ੍ਰੰਥ ਜਿਹੜਾ ਹੈਗਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ, ਪਹਿਲਾਂ ਇਹਨੂੰ ਸਮਝਣਾ ਸੀ।
ਇਹ ਤੋਂ ਬਾਅਦ ਫਿਰ ਅਸੀਂ ਜਾਪ ਸਾਹਿਬ 'ਤੇ ਪਹੁੰਚਾਂਗੇ। ਪਰ ਅਸੀਂ ਤਾਂ ਸਿੱਧੇ ਹੀ ਪਹੁੰਚੇ ਹੋਏ ਹਾਂ, ਇਸ ਕਰਕੇ ਮਤਭੇਦ ਨੇ, ਤਾਈਓ ਵਾਦ ਵਿਵਾਦ ਹੈ। ਬਾਣੀ ਸਾਨੂੰ ਗੁਣਾਂ ਦੀ ਪ੍ਰਾਪਤੀ ਕਰਾਉਂਦੀ ਹੈ। ਜਦੋਂ ਗੁਰ ਸ਼ਬਦ ਨੂੰ ਅਸੀਂ ਵਿਚਾਰਦੇ ਹਾਂ, ਇਹ 'ਚੋਂ ਗੁਣ ਪ੍ਰਾਪਤ ਹੁੰਦੇ ਸਾਨੂੰ। ਪਹਿਲਾ ਗੁਣ ਕੀ ਪ੍ਰਾਪਤ ਹੁੰਦਾ? ਨਿਰਭਉ, ਭੈ ਤੋਂ ਮੁਕਤ। ਫਿਰ ਦੂਜਾ ਗੁਣ ਕੀ ਪੈਦਾ ਹੁੰਦਾ? ਨਿਰਵੈਰ, ਵੈਰ ਤੋਂ ਮੁਕਤ ਹੋ ਜਾਂਦਾ। ਕੋਈ ਵੀ ਗੁਰਸਿੱਖ ਹੋਵੇ, ਚੌਂ ਵਰਨਾ ਕੋ ਉਪਦੇਸ਼ ਸਾਂਝਾ, ਜੋ ਜੋ ਜਪੈ ਤਿਸ ਕੀ ਗਤ ਹੋਏ। ਗਤੀ ਆਤਮਾ ਦੀ ਹੋਣੀ, ਅਸੀਂ ਸਰੀਰ ਦੀ ਕਰੀ ਜਾਂਦੇ, ਕਿਰਾਏ ਤਾਂ ਉੱਥੇ ਹੀ ਪਏ ਹੋਏ ਹਾਂ। ਫਿਰ ਕਾਲ ਤੋਂ ਮੁਕਤ, ਇਹ ਜੂਨੀ ਸਰੀਰ 'ਚ ਰਹਿੰਦਿਆਂ ਆਪਦੇ ਘਰ ਪਹੁੰਚ ਜਾਂਦੇ ਹਾਂ ਅਸੀਂ। ਜਿਨੀ ਨਾਮ ਧਿਆਇਆ ਗਏ ਮੁਸੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਪਤਾ ਨਹੀਂ ਕਿੰਨੇ ਖੋਰ ਨਿਕਲ ਜਾਂਦੇ। ਸਤਿਗੁਰ ਤਾਂ ਸਮਝਾਉਂਦੇ ਆ, ਰੋਜ਼ ਸਲੋਕ ਵੀ ਵਿਚਾਰਦੇ ਹਾਂ ਭਾਈ ਆਪਾਂ। ਪਰ ਜੇ ਆਪਾਂ ਬਾਣੀ ਨੂੰ ਵਿਚਾਰਾਂਗੇ ਫੇਰ ਹੀ ਆਪਾਂ ਨੂੰ ਪ੍ਰਾਪਤੀ ਹੋਊਗੀ। ਗੁਰੂ ਭਗਤਾਂ ਦੇ ਦਰਸਾਏ ਰਾਹ 'ਤੇ ਚੱਲਾਂਗੇ। ਨਹੀਂ ਭਾਈ, ਇਹ ਗਲਤੀ ਨਹੀਂ ਕਰਨੀ। ਜਦ ਤੱਕ ਦੇਵਲੋਕ ਨਹੀਂ ਪਹੁੰਚਦੇ, ਆਪਦੇ ਘਰ ਨਹੀਂ ਪਹੁੰਚਦੇ, ਮਾਇਆ ਦਾ ਤਿਆਗ ਨਹੀਂ ਹੁੰਦਾ, ਬਾਣੀ ਨੂੰ ਕੋਈ ਸਮਝਾ ਦੇਵੇ ਔਰ ਸਮਝ ਲਵੇ, ਕਦੇ ਵੀ ਨਹੀਂ ਹੋ ਸਕਦਾ। ਉਸ ਕਰਕੇ ਅਸੀਂ ਕਿਰਾਏ ਪਏ ਹੋਏ ਹਾਂ, ਆਪਦੀ ਮੱਤ ਨਾਲ ਸਿਆਣੇ ਬਣੇ ਹੋਏ ਹਾਂ। ਅਨੇਕਾਂ ਉਪਦੇਸ਼ ਨੇ ਆਪਣੇ ਕੋਲੇ। ਗੁਰ ਕੀ ਮਤੁ ਲਿਹੋਏ ਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਫਿਰ ਵੀ ਨਹੀਂ ਹਟਦੇ ਅਸੀਂ। ਇੱਕ ਦੂਏ ਤੋਂ ਵੱਡਾ ਬਣਨ ਦੀ ਜਿਹੜੀ ਸਾਡੇ ਅੰਦਰ ਰੇਸ ਲੱਗੀ ਹੈ ਨਾ, ਉਹੀ ਤਾਂ ਕਾਲ ਹੈ ਭਾਈ। ਉੱਤੋਂ ਤਾਂ ਬਾਣੀ ਬਚਾਉਂਦੀ ਹੈ। ਦਰਸ਼ਨ ਪਰਸੀਏ ਗੁਰੂ ਕੇ, ਜਨਮ ਮਰਨ ਦੁੱਖ ਜਾਏ। ਗੁਰੂ ਦਰਸ਼ਨ ਕਿਵੇਂ ਹੋਊਗਾ? ਸਾਨੂੰ ਤਾਂ ਇੱਕ ਦਰਸ਼ਨ ਨਹੀਂ ਹੋਇਆ, ਬਾਣੀ ਵਿੱਚ 4 ਦਰਸ਼ਨ ਦੱਸੇ ਗਏ ਨੇ। ਅਸੀਂ ਤਾਂ ਸਿੱਧੇ ਹੀ ਭਾਲਦੇ ਹਾਂ। ਦਰਸ਼ਨ ਪਰਸਣ ਸਰਸਣ ਹਰਸਣ, ਰੰਗ ਰੰਗੀ ਕਰਤਾਰੀ ਦੇ। ਫਿਰ ਕਰਤਾਰ ਦੇ ਰੰਗ ਜਿਹੜੀ ਆਤਮਾ ਰੰਗੀ ਜਾਂਦੀ ਹੈ, ਉਹੀ ਸਮਝਾ ਸਕਦੀ ਹੈ। ਮਾਇਆ ਦੇ ਤਿਆਗ ਤੋਂ ਬਾਅਦ ਅਸੀਂ ਦੇਵਲੋਕ ਪਹੁੰਚਦੇ ਹਾਂ। ਜਿਹੜਾ ਸਾਡਾ ਗਿਆਨ ਇਕੱਠਾ ਹੁੰਦਾ, ਫਿਰ ਇਹੀ ਧਿਆਨ ਬਣ ਜਾਂਦਾ ਹੈ। ਧਿਆਨ ਨਾਲ ਫਿਰ ਗੱਲ ਬੁੱਝੀ ਜਾਂਦੀ ਹੈ, ਫਿਰ ਬੁੱਝ ਕੇ ਸਮਝਾਉਣੀ ਹੁੰਦੀ ਹੈ। ਧੁਨ ਮੇ ਧਿਆਨ, ਧਿਆਨ ਮੇ ਜਾਣਿਆ। ਇਹ ਕਥਾ ਜਿਹੜੀ ਹੈਗੀ ਸਤਿਗੁਰੂ ਨੇ ਆਪਾਂ ਨੂੰ ਕਰਕੇ ਦਿੱਤੀ ਹੈ। ਆਪਾਂ ਤਾਂ ਵਿਚਾਰ ਕਰਨੀ ਹੈ। ਸਾਡੀ ਇੰਨੀ ਮਨਬੁੱਧੀ ਨਹੀਂ, ਅਸੀਂ ਕਥਨ ਕਰ ਲਾਂਗੇ, ਪਰ ਫਿਰ ਵੀ ਨਹੀਂ ਹਟਦੇ ਅਸੀਂ। ਬੜੇ ਬੜੇ ਸਿਆਣੇ ਦੇਖਦੇ ਹਾਂ ਪ੍ਰਚਾਰਕ ਕੀ ਕਰ ਰਹੇ ਨੇ। ਚਲੋ ਆਪਾਂ ਇੱਥੇ ਹੁਣ ਸਲੋਕ ਬਾਰੇ ਸਮਝੀ, ਸਤਿਗੁਰ ਕੀ ਸਮਝਾਉਣਾ ਸਮਝ। ਆਦਿ ਸੱਚ, ਆਦਿ ਸੱਚ ਸਾਡੀ ਮਨਬੁੱਧੀ ਦੀ ਪਕੜ ਤੋਂ ਪਰੇ। ਸੰਸਾਰ ਦਾ ਮੂਲ ਕੀ ਹੈ? ਆਦਿ ਸੱਚ। ਅਰਵਦ ਨਰਵਦ, ਅਰਬਾਂ ਖਰਬਾਂ ਸਾਲ ਨਰਵਦ ਸੀ। ਜੋਤ ਹੁਕਮ ਸਾਰੇ ਸਮਾਏ ਹੋਏ ਸੀ, ਆਦਿ ਸੱਚ ਸਮਾਏ ਹੋਏ ਸੀ। ਜਦੋਂ ਸ੍ਰਿਸ਼ਟੀ ਪੈਦਾ ਹੁੰਦੀ ਹੈ, ਆਦਿ ਸੱਚ ਜਦੋਂ ਸ੍ਰਿਸ਼ਟੀ ਪੈਦਾ ਕਰਦਾ ਹੈ, ਫਿਰ ਹੁਕਮ ਸ਼ੁਰੂ ਹੁੰਦਾ ਹੈ। ਸੁਣ ਤੋਂ ਸਹਿਜ 'ਚ ਆਉਂਦਾ ਹੈ, ਉਹ ਫਿਰ ਜੁਗਾਦ ਸੱਚ ਹੈ। ਹੁਕਮ ਨਾਲ ਯੁੱਗ ਸ਼ੁਰੂ ਹੋ ਗਏ। ਯੁੱਗਾਂ ਦਾ ਆਦ ਮੁੱਢ ਕੌਣ ਹੈ? ਹੁਕਮ। ਜੰਮਣਾ ਮਰਨਾ ਹੁਕਮ ਹੈ। ਭਾਣੇ ਆਵੇ ਜਾਏ ਜੀਵ ਹੁਕਮ ਚਾਹੁੰਦੇ ਨੇ ਔਰ ਹੁਕਮ ਚਲੇ ਜਾਂਦੇ, ਸਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ। ਕਿਉਂ ਨਹੀਂ ਪਤਾ ਲੱਗਦਾ? ਅਸੀਂ ਗੁਰੂ ਤੋਂ ਸਿਆਣੇ ਬਣ ਗਏ। ਦੇਖਦੇ ਹਾਂ ਅੱਜ ਵੱਡੇ ਵੱਡਿਆਂ ਦਾ ਕੀ ਹਾਲ ਹੋ ਰਿਹਾ ਵਾ। ਅਸੀਂ ਸਰੀਰ ਨੂੰ ਹੀ ਪੂਰਨ ਮੰਨੀ ਜਾਂਦੇ ਹਾਂ। ਜਿੰਨੀਆਂ ਭਗਤੀਆਂ ਪਿੱਛੇ ਤੋਂ ਕਰਦੇ ਆਏ ਹਾਂ, ਹੁਣ ਕਰਦੇ ਹਾਂ ਔਰ ਕਰਦਾ ਰਹੂ ਸੰਸਾਰ। ਸਾਰੀਆਂ ਸਰੀਰ ਕਰਕੇ ਨੇ। ਇਹਨਾਂ 'ਚੋਂ ਕੀ ਪੈਦਾ ਹੁੰਦਾ? ਹੰਕਾਰ। ਅਨਕ ਤਪੱਸਿਆ ਕਰੇ ਹੰਕਾਰ, ਇਹ 'ਚੋਂ ਹੰਕਾਰ ਪੈਦਾ ਹੁੰਦਾ। ਯੁੱਗਾਂ ਦਾ ਸ਼ੁਰੂ ਹੋ ਜਾਣਾ, ਸਮੇਂ ਦਾ ਸ਼ੁਰੂ ਹੋ ਜਾਣਾ, ਸ੍ਰਿਸ਼ਟੀ ਦਾ ਪੈਦਾ ਹੋ ਜਾਣਾ, ਉਹ ਕੀ ਹੈ? ਜੁਗਾਦ ਸੱਚ। ਯੁੱਗਾਂ ਦਾ ਸ਼ੁਰੂ ਹੋ ਜਾਣਾ ਕਿਹਨੇ ਪੈਦਾ ਕੀਤਾ? ਆਦਿ ਸੱਚ ਨੇ। ਪਰ ਅਸੀਂ ਤਾਂ ਸਿੱਧੇ ਸੱਚ ਦੇ ਦਰਸ਼ਨ ਭਾਲਦੇ ਹਾਂ। ਜੁੜੇ ਝੂਠ ਸਰੀਰ ਨਾਲ ਹੋਏ ਹਾਂ। ਦਰਸ਼ਨ ਕਿਹਦਾ ਭਾਲਦੇ ਹਾਂ? ਆਦਿ ਸੱਚ ਦਾ। ਨਹੀਂ ਭਾਈ, ਇਹ ਅਵਸਥਾ ਨੇ, ਇਹ ਆਪਾਂ ਪ੍ਰਾਪਤ ਕਰਨੀਆਂ ਨੇ। ਇਹ ਭਗਤੀ ਕਰਨੀ ਹੈ। ਜੈ ਪ੍ਰਸਾਦ ਪਾਈ ਦੁਰਲੱਭ ਦੇ, ਨਾਨਕ ਤਾਂ ਕੀ ਭਗਤ ਕਰੀਏ। ਭਗਤੀ ਕਰਨੀ ਹੈ ਭਾਈ, ਉਹਦੀ ਕਿਰਪਾ ਨਾਲ ਮਨੁੱਖਾ ਦੇਹੀ ਮਿਲੀ ਹੈ। ਆਪਾਂ ਪਹਿਲਾਂ ਆਦਿ ਸੱਚ ਬਾਰੇ ਵਿਚਾਰਿਆ ਸੀ, ਉਹ ਤਾਂ ਆਪਣੀ ਮਨਬੁੱਧੀ ਤੋਂ ਪਕੜ ਤੋਂ ਪਰੇ ਹੈ ਸੱਚਖੰਡ। ਜਦੋਂ ਹੁਕਮ ਸ਼ੁਰੂ ਹੁੰਦਾ ਹੈ, ਜੰਮਣਾ ਮਰਨਾ ਹੁਕਮ ਸ਼ੁਰੂ ਹੁੰਦਾ, ਜੁਗਾਦ ਸੱਚ, ਯੁੱਗਾਂ ਦਾ ਸ਼ੁਰੂ ਹੋ ਜਾਣਾ, ਸਮੇਂ ਦਾ ਸ਼ੁਰੂ ਹੋ ਜਾਣਾ। ਹੈਪੀ ਸੱਚ, ਉਹ ਕੀ ਹੈ? ਦੇਵਲੋਕ। ਸੱਚ ਹਮੇਸ਼ਾ ਰਹਿੰਦਾ ਹੈ।
ਉੱਥੇ ਸਰੀਰ ਨਹੀਂ ਹੈਗੇ। ਹੈਪੀ ਸੱਚ ਹਮੇਸ਼ਾ ਹੀ ਰਹਿੰਦਾ ਸੱਚ। ਜਿਵੇਂ ਯੁੱਗਾਂ ਬਾਰੇ ਸਮਝਾਇਆ ਗਿਆ, ਤ੍ਰੇਤਾ ਆ ਜਾਂਦਾ। ਫਿਰ ਸਤਯੁਗ ਚੋਂ ਟੁੱਟ ਕੇ ਅਸੀਂ ਕਿੱਥੇ ਆ ਜਾਂਦੇ? ਤ੍ਰੇਤਾ। ਤ੍ਰਿਤੀਏ ਮੇ ਕਿਛ ਪਿਆਤ ਤੇਰਾ, ਪ੍ਰਿਥਵੇਂ ਬਸਿਆ ਸੱਤ ਕਾ ਖੇੜਾ। ਪਹਿਲਾਂ ਸੱਤ ਕਾ ਖੇੜਾ ਹੁੰਦਾ, ਜਿਵੇਂ ਨਾਮਦੇਵ ਜੀ ਸਮਝਾਉਂਦੇ ਆਪਾਂ ਨੂੰ। ਪਹਿਲ ਪੁਰੀਏ ਪੁੰਡਰਕ ਜਨਾ, ਤਾਂ ਤੇ ਹੰਸ ਸਗਲੇ ਜਨਾ। ਸਾਰੇ ਹੰਸ ਹੁੰਦੇ ਆ ਭਾਈ, ਸਾਰੇ ਕਮਲ ਦੇ ਫੁੱਲ ਵਾਂਗ ਖਿੜੇ ਹੁੰਦੇ ਆ, ਚਿੱਟੇ ਹੁੰਦੇ ਆ, ਕੋਈ ਦਾਗ ਨਹੀਂ ਹੁੰਦਾ। ਸਾਨੂੰ ਸਮਝ ਕਿਵੇਂ ਆਊਗੀ? ਫਿਰ ਇਹ ਸਾਨੂੰ ਸਮਝ ਆਊਗੀ ਬਾਣੀ ਨੂੰ ਸੁਣ ਕੇ, ਵਿਚਾਰ ਕੇ। ਗੁਰੂ ਤੋਂ ਪੜ੍ਹਨਾ, ਅਸੀਂ ਤਾਂ ਗੁਰੂ ਨਹੀਂ ਪੜ੍ਹਾਉਣ ਲੱਗ ਜਾਂਦੇ। ਗੁਰੂ ਘਰਾਂ ਜਾ ਕੇ ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ, ਮਾਇਆ ਦੀ ਅਰਦਾਸ ਕਰਦੇ ਹਾਂ। ਫਿਰ ਵਿੱਚ ਕਹਿ ਵੀ ਦਿੰਦੇ ਹਾਂ, ਸਹੀ ਪਿਆਰਿਆ ਮੇਲ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਨਾਲ ਹੀ ਫਿਰ ਮਾਇਆ ਦੀ ਅਰਦਾਸ ਕਰਕੇ ਪੋਚਾ ਮਾਰ ਦਿੰਦੇ ਹਾਂ। ਦੁੱਖ ਮੰਗਦੇ ਹਾਂ। ਗੁਰੂ ਤੋਂ ਕਦੇ ਪੁੱਛਿਆ ਸੀ ਕੀ ਮੰਗਦੇ ਹਾਂ? ਬਿਨ ਤੁਧ ਜੇ ਹੋਰ ਮੰਗਣਾ, ਸਿਰ ਦੁੱਖਾਂ ਕੇ ਦੁੱਖ। ਦੇ ਨਾਮ ਸੰਤੋਖੀਏ, ਉਤਰੇ ਮਨ ਕੀ ਭੁੱਖ। ਕਦੋਂ ਪਤਾ ਲੱਗਦਾ ਸਾਨੂੰ ਵੀ ਅਸੀਂ ਦੁੱਖ ਮੰਗਦੇ ਹਾਂ? ਜਦੋਂ ਸਾਨੂੰ ਸੱਚ ਦਾ ਗਿਆਨ ਸ਼ੁਰੂ ਹੁੰਦਾ, ਉਹਦੀ ਕਿਰਪਾ ਰਹਿਮਤ ਹੁੰਦੀ ਹੈ। ਹੈਪੀ ਸੱਚ ਹਮੇਸ਼ਾ ਰਹਿਣ ਵਾਲਾ। ਨਾਨਕ ਹੋਸੀ ਭੀ ਸੱਚ, ਸੰਸਾਰ ਰਹੇ ਨਾ ਰਹੇ। ਸੱਚ ਹਮੇਸ਼ਾ ਹੀ ਰਹਿੰਦਾ ਹੈ। ਕਈ ਵਾਰ ਪਸਰਿਓ ਪਸਾਰ ਸਦਾ ਸਦਾ। ਇੱਕ ਓਂਕਾਰ ਹਮੇਸ਼ਾ ਹੀ ਰਹਿੰਦਾ। ਇਹ ਇੱਕ ਦੇ ਗੁਣ ਨੇ। ਜਿਹੜਾ ਅਸੀਂ ਮੂਲ ਮੰਤਰ ਪੜ੍ਹ ਕੇ ਛੱਡ ਦਿੰਦੇ ਹਾਂ, ਮੂਲ ਮੰਤਰ ਕਰ ਲਿਆ ਜੀ, ਇਹ ਤਾਂ ਭਾਈ ਗੁਣ ਦੱਸੇ ਗਏ ਨੇ ਇੱਕ ਦੇ 8। ਅਸ਼ਟਮੀ 8 ਧਾਤੂ ਕੀ ਕਾਇਆ, ਤਾਂ ਮੈਂ ਅਕੁਲ ਨਿਰੰਜਨ ਰਾਇਆ। ਫਿਰ ਉਹ ਅਕੁਲ, ਕੁੱਲ ਹੁੰਦਾ ਕੁੱਲਾਂ ਤੋਂ ਰਹਿਤ। ਕੁੱਲਾਂ ਸਾਡੇ ਮਾਇਆ 'ਚ ਹੀ ਹੁੰਦੀਆਂ, ਉੱਥੇ ਨਹੀਂ ਕੁੱਲ ਹੈਗੀ, ਉੱਥੇ ਇੱਕ ਹੀ ਨੇ ਸਾਰੇ। ਫਿਰ ਸਾਨੂੰ ਨਿਰੰਜਨ ਦਾ ਦਰਸ਼ਨ ਹੁੰਦਾ ਹੈ। ਪਰ ਗੁਣ ਸਾਡੇ 'ਚ ਕੋਈ ਨਹੀਂ ਹੁੰਦੇ। ਸਰੀਰ ਕਰਕੇ ਅਸੀਂ ਐਡਾ ਹੰਕਾਰ ਪੈਦਾ ਕਰ ਲੈਂਦੇ ਹਾਂ, ਸੰਸਾਰ ਸਾਨੂੰ ਮੰਨਣ ਲੱਗ ਜਾਂਦਾ ਹੈ। ਲੋਕ ਭਾਵੁਕ ਹੋ ਜਾਂਦੇ ਨੇ, ਪ੍ਰਭਾਵਿਤ ਹੋ ਜਾਂਦੇ ਨੇ, ਕਿਉਂਕਿ ਉਹ ਬਾਣੀ ਨਾਲ ਜੁੜੇ ਨਹੀਂ ਹੁੰਦੇ ਵਿਚਾਰੇ। ਜਿਵੇਂ ਜਪਜੀ ਸਾਹਿਬ ਆਦਿ ਗ੍ਰੰਥ ਸਰੂਪ ਸਾਹਿਬ ਹੁੰਦਾ ਹੈ। ਫਿਰ ਥੱਲੇ ਕੀ ਆਉਂਦਾ 8 ਗੁਣਾਂ ਤੋਂ ਬਾਅਦ? ਗੁਰਪ੍ਰਸਾਦ। ਕਿਰਪਾ ਨਾਲ, ਗੁਰੂ ਦੀ ਕਿਰਪਾ ਨਾਲ, ਗੁਰਪ੍ਰਸਾਦ ਨਾਲ ਆਪਾਂ ਨੂੰ ਇਹ ਪ੍ਰਾਪਤੀ ਹੋਣੀ ਹੈ। 8 ਗੁਣਾਂ ਦਾ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ। 8 ਗੁਣਾਂ ਦੀ ਵਿਆਖਿਆ ਕਹਿ ਰਹੀ ਆਪਾਂ 1430 ਅੰਕ। ਪਰ ਅਸੀਂ ਤਾਂ ਪੜ੍ਹ ਕੇ ਛੱਡ ਦਿੰਦੇ ਹਾਂ। ਰੋਜ਼ ਆਸਾ ਦੀ ਵਾਰ ਵੀ ਕੀਰਤਨ ਵੀ ਕਰਦੇ ਹਾਂ। ਪੜ੍ਹ ਗੱਡੀ ਲੱਦੀਏ। ਜੀਤਾ ਪੜ੍ਹਿਆ ਤੇਤਾ ਕੜਿਆ, ਅਨੇਕਾਂ ਉਪਦੇਸ਼ ਪਏ ਨੇ ਆਪਣੇ ਕੋਲ। ਮਨ ਵਿਗੜ ਜਾਂਦਾ ਜ਼ਿਆਦਾ ਪੜ੍ਹਨ ਨਾਲ। ਵਿਚਾਰਨਾ ਗੁਰੂ ਤੋਂ ਪੜ੍ਹਨਾ, ਗੁਰੂ ਨੂੰ ਨਹੀਂ ਸਿਖਾਉਣਾ ਹੈਗਾ। ਗੁਰੂ ਵੱਡਾ ਹੁੰਦਾ, ਗੁਰਦਕਸ਼ਣਾ ਲੈਣੀ ਆ ਆਪਾਂ। ਗੁਰਦਕਸ਼ਣਾ ਕੀ ਹੈ? ਗੁਰਪ੍ਰਸਾਦ। ਦਕਸ਼ਣਾ ਲਈ ਨਹੀਂ ਨਾ ਅਸੀਂ, ਤਾਂ ਗੁਰੂ ਆਪ ਹੀ ਬਣ ਗਏ। ਤਾਈਓ ਸਾਨੂੰ ਰੋਗ ਨੇ ਫਿਰ ਇਹ। ਪਰਮੇਸ਼ਰ ਤੋਂ ਭੁੱਲਿਆ ਵਿਆਪਣ ਸਵੇ ਰੋਗ। ਫਿਰ ਰੋਗ ਤਾਂ ਭਾਈ ਲੱਗਣਗੇ। ਰੋਗ ਮਨ ਨੂੰ ਨੇ, ਸਰੀਰ ਧੋਈ ਜਾਂਦੇ ਆ। ਅੰਤਰ ਮੈਲ ਬਾਹਰ ਕਹਿ ਨਾਵੇ ਜੀਓ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਏ ਰੋਗਾ। ਮਨ ਤਨ ਕੀ ਹੈ? ਮਨ ਇੱਛਾ ਹੈ। ਤਨ ਕੀ? ਅਕਲ ਬੁੱਧੀ। ਦੋ ਹੀ ਤਾਂ ਬਿਮਾਰ ਨੇ ਇਹ। ਰੋਜ਼ ਅਰਦਾਸ ਵੀ ਕਰਦੇ ਆ, ਤੀਨੇ ਤਾਪ ਨਿਵਾਰਨ ਹਾਰਾ। 3 ਤਾਪ ਨੇ ਸਤਿਗੁਰ ਸਮਝਾਉਂਦੇ ਆ ਸੰਸਾਰ ਨੂੰ। ਦੁੱਖ ਹੰਤਾ ਸੁਖ ਰਾਸਤਾ, ਕੋ ਵਿਗਨ ਕੋ ਲਾਗੇ। ਪ੍ਰਭ ਜਾ ਕੀ ਪ੍ਰਭ ਅੱਗੇ ਅਰਦਾਸ। ਅਰਦਾਸ ਪ੍ਰਭ ਅੱਗੇ ਕਰਾਂਗੇ, ਕਿੱਥੇ ਆ ਪ੍ਰਭ ਸਾਹਿਬ? ਅਸੀਂ ਤਾਂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਆ ਜਾਂਦੇ ਹਾਂ। ਮੱਥਾ ਟੇਕਣ ਤੋਂ ਭਾਵ ਤਾਂ ਮੰਨਣਾ। ਜਿਵੇਂ ਸਰੀਰ ਕਰਕੇ ਅਸੀਂ ਮੱਥਾ ਟੇਕਦੇ ਹਾਂ, ਮਨ ਦੀ ਨਿਡਾਉਤ, ਮਨ ਨੂੰ ਲੰਬਾ ਕਰਨਾ ਹੈ। ਜਿੱਦਣ ਮਨ ਨੇ ਮੰਨ ਲਈ ਇਹ ਗੱਲ, ਜੋ ਗੁਰੂ ਸਾਹਿਬ ਕਹਿ ਰਹੇ ਹਾਂ, ਬਾਣੀ ਨੂੰ ਸੱਚ ਕਰਕੇ ਮੰਨ ਲਿਆ, ਫਿਰ ਗਿਆਨ ਸ਼ੁਰੂ ਹੋਣਾ ਹੈ। ਇਹ ਸਰੀਰ ਕਰਕੇ ਕਰਮ ਕਰਦੇ ਹਾਂ ਸਾਰੇ ਆਪਾਂ, ਉਹ ਤਾਂ ਕੱਟਤੇ ਬਾਣੀ ਨੇ। ਧਰਮ ਕਰਮ ਪਖੰਡ ਜੋ ਦੀਸੇ, ਜੰਬ ਜਗਾਤੀ ਲੁੱਟੇ, ਸਾਰਾ ਹੀ ਇੱਥੇ ਖੋਹ ਲੈਂਦਾ ਉਹ। ਫਿਰ ਕੀ ਕਰਨੇ ਭਾਈ ਇਹ ਆਪਾਂ? ਸੰਸਾਰ ਦੀ ਵਡਿਆਈਆਂ, ਸੰਸਾਰੀ ਸੋਭਾ ਕੀ ਕਰਨੀ ਹੈ? ਬਾਬਾ ਫਰੀਦ ਜੀ ਕੀ ਸਮਝਾਉਂਦੇ ਆ? ਫਰੀਦਾ ਧਨ ਜੋਬਨ ਵਡਿਆਈਆਂ, ਗਰਭ ਜਿੰਨਾ ਆਗਾ, ਖਾਲੀ ਚਲੇ ਧਣੀ ਜੋ ਟਿੱਬੇ ਮੋਹਾ। ਬਾਬਾ ਜੀ ਫਰੀਦ ਜੀ ਤਾਂ ਇਹ ਸਮਝਾ ਰਹੇ ਨੇ ਭਾਈ, ਜਿਹਨੂੰ ਇਹ ਹੰਕਾਰ ਹੋ ਜਾਂਦਾ ਧਨ ਜੋਬਨ ਦਾ, ਵਡਿਆਈਆਂ ਦਾ, ਉਹ ਤਾਂ ਐਂ ਚਲੇ ਜਾਂਦੇ ਨੇ ਖਾਲੀ। ਬਟ ਟਿੱਬਿਆਂ ਵਾਂਗ, ਜਿਵੇਂ ਟਿੱਬਿਆਂ 'ਚ ਮੀਂਹ ਪਏ ਦਾ ਅਸਰ ਨਹੀਂ ਹੁੰਦਾ, ਉਹ ਕਿਹੜਾ ਕੋਈ ਉੱਥੇ ਬੀਜ ਨੂੰ ਤਿਆਰ ਕੀਤਾ ਆਪਾਂ ਭਾਈ।
ਇਵੇਂ ਉੱਚੇ ਤਾਂ ਹੁੰਦੇ ਆ ਟਿੱਬੇ ਸੰਸਾਰੀ ਜੀਵਨ ਸਾਡਾ ਉੱਚਾ, ਲੋਕ ਤਾਂ ਮੰਨਦੇ ਨੇ, ਪਰ ਸਾਨੂੰ ਕਾਲ ਬੰਨ੍ਹ ਕੇ ਲੈ ਜਾਂਦਾ। ਭਗਤ ਕਬੀਰ ਜੀ ਦਾ ਸਲੋਕ ਲੈ ਲੈਂਦੇ ਆਪਾਂ। ਕਬੀਰ ਉੱਚਰ ਪਹਿਰੇ ਕਾਪਰੇ, ਪਾਨ ਸੁਪਾਰੀ ਖਾਏ, ਇੱਕ ਹਰ ਕੇ ਨਾਮ ਬਿਨ ਵੱਧੇ ਜੰਮ ਪਰ ਜਾਏ। ਸਾਰਿਆਂ ਨੂੰ ਜੰਮ ਬੰਨ੍ਹ ਕੇ ਲੈ ਜਾਂਦਾ ਭਾਈ। ਕਿਉਂ ਨਹੀਂ ਲੈ ਕੇ ਜਾਊਗਾ? ਅਸੀਂ ਵਡਿਆਈਆਂ 'ਚ ਫਸੇ ਹੋਏ ਹਾਂ। ਸੰਸਾਰ ਕੀ ਹੈ? ਸਗਲ ਕਾਲ ਕਾ ਕੀਆ ਤਮਾਸ਼ਾ। ਚੌਪਾਈ ਸਾਹਿਬ ਵੀ ਰੋਜ਼ ਕਰਦੇ। ਤਮਾਸ਼ਾ ਹੈ ਕਾਲ ਦਾ, ਜਿਵੇਂ ਜੀ ਕਰੂ ਮਾਰੂਗਾ ਭਾਈ। ਭਗਤ ਰਵਿਦਾਸ ਜੀ ਤੋਂ ਪੁੱਛ ਲੈਂਦੇ ਹਾਂ ਕੀ ਸਮਝਾਉਂਦੇ ਆ। ਹਰ ਜੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰਦੋਜਕ ਜਾਏਂਗੇ ਸੱਚ ਪਾਖੇ ਰਵਿਦਾਸ। ਨਰਕਾਂ ਨੂੰ ਚਲੇ ਜਾਵਾਂਗੇ ਭਾਈ, ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਕੀ ਖੱਟਿਆ ਸੰਸਾਰ 'ਚ ਆ ਕੇ ਆਪਾਂ। ਹੂੰ ਆਇਆ ਦੂਰੋਂ ਚੱਲ ਕੇ, ਤੱਕੀ ਤੋਂ ਸਰਣ ਆਏ ਜੀਓ। ਮੈਂ ਆਸਾ ਰੱਖੀ ਚਿੱਤ ਮੇ, ਮੇਰਾ ਸਭੋ ਦੁੱਖ ਗਵਾਏ ਜੀਓ। 84 ਲੱਖ ਦੀ ਪੌੜੀ ਚੜ੍ਹ ਕੇ ਅਸੀਂ ਇੱਥੇ ਆ ਕੇ ਕੀ ਖੱਟਿਆ? ਫਿਰ ਜੰਮਣ ਮਰਨ ਨੂੰ ਚਲੇ ਗਏ। ਨਹੀਂ ਭਾਈ, ਇਹਨੂੰ ਸਮਝਣਾ, ਵਿਚਾਰਨਾ, 'ਚੋਂ ਗਿਆਨ ਪੈਦਾ ਹੋਊ, ਫਿਰ ਸਾਨੂੰ ਖੇਲ ਸਮਝ ਆਉਣੀ। ਜਿਵੇਂ ਜਿਵੇਂ ਗਿਆਨ ਵਧੀ ਜਾਣਾ, ਮਨ ਨੇ ਟਿਕ ਜਾਣਾ। ਗਿਆਨ ਕਾ ਬੱਧਾ ਮਨ ਰਹੇ, ਗੁਰੂ ਬਿਨ ਗਿਆਨ ਨਾ ਹੋਏ। ਗੁਰੂ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ ਹੈਗਾ। ਹੁਣ ਆਪਾਂ ਇਹਨੂੰ ਸਮਝਿਆ ਸਲੋਕ ਨੂੰ। ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਹਮੇਸ਼ਾ ਰਹਿੰਦਾ ਹੈ। ਦੋਨਾਂ ਦਾ ਆਪਾਂ ਨੂੰ ਬਾਣੀ ਗਿਆਨ ਕਰਾਉਂਦੀ ਹੈ। ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਇਆ ਮੋਹਣੀ ਮਾਇਆ। ਮਾਇਆ ਨੇ ਮੋਹ ਲਿਆ ਜੀਵ। ਕਦੋਂ ਮੋਹ ਲਿਆ? ਲਿਪ ਛੁਟਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ। ਜਦੋਂ ਅਸੀਂ ਜੁਗਾਦ ਸੋਹਾਂ ਸ਼ੁਰੂ ਹੁੰਦਾ ਹੈ, ਤ੍ਰੇਤੇ ਆ ਜਾਂਦੇ ਹਾਂ, ਜੋ ਸੱਚ ਨਾਲ ਟੁੱਟ ਕੇ ਸੱਚਖੰਡ 'ਚੋਂ, ਉਹ ਦੇਵਲੋਕ ਹੈ, ਸਰੀਰ ਨਹੀਂ ਹੁੰਦਾ, ਜੋਤ ਹੁੰਦੀ। ਉੱਥੋਂ ਹੁਕਮ ਹੁੰਦਾ, ਅਸੀਂ ਦੁਆਪਰ 'ਚ ਪਾਉਂਦੇ ਹਾਂ, ਦੁਆਪੁਰ ਗਰਭ 'ਚ, ਜਿਹਨੂੰ ਬਾਣੀ ਵਿੱਚ ਮਾਤ ਲੋਕ ਕਿਹਾ। ਫਿਰ ਉੱਥੇ ਉਹਦਾ ਸਿੰਗਾਰ ਲਾਇਆ ਜਾਂਦਾ ਹੈ, ਹੁਕਮ ਨਾਲ ਦਾ ਸਰੀਰ ਬਣਾਇਆ ਜਾਂਦਾ ਹੈ। ਜਿੰਤੂ ਸਾਜ ਸਵਾਰ ਸਿੰਗਾਰਿਆ, ਗਰਭ ਅਗਨ ਮੇ ਜਿੰਨੇ ਮਾਰਿਆ। ਰੋਜ਼ ਆਪਾਂ ਵਿਚਾਰਦੇ ਹਾਂ, ਪੜ੍ਹਦੇ ਹਾਂ। ਸੋ ਕਿਉਂ ਮਨੋ ਵਸਾਰੀਏ, ਜੋ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ। ਉੱਥੇ ਕੌਣ ਪ੍ਰਿਤਪਾਲ ਕਰਦਾ ਭਾਈ? ਉਹੀ ਤਾਂ ਹੁਕਮ ਹੈ। ਅਸੀਂ ਹੁਕਮ ਨੂੰ ਟੁੱਟ ਜਾਂਦੇ ਹਾਂ ਜਦੋਂ ਇਹ ਜਨਮ ਲੈਂਦੇ ਹਾਂ। ਸਰੀਰ, ਆਤਮਾ ਜਦੋਂ ਮਾਇਆ ਨਾਲ ਲਿਪਤ ਹੋ ਜਾਂਦੀ ਹੈ, ਸਰੀਰ ਧਾਰਦੀ ਹੈ, ਇਹਦੇ ਮਾਇਆ ਦੇ ਰਿਸ਼ਤੇ ਬਣ ਜਾਂਦੇ। ਮਾਇਆ ਆਪਦਾ ਖੇਲ ਵਰਤਾਉਂਦੀ ਹੈ। ਕਦੋਂ? ਜਦੋਂ ਜੀਵ ਜਨਮ ਲਿਆ, ਉਦੋਂ ਤਾਂ ਰੋਂਦਾ ਫਿਰ ਹੁਕਮ ਟੁੱਟ ਕੇ। ਇਹ ਅੱਖਾਂ ਖੁੱਲ੍ਹਦੀਆਂ ਨੇ, ਫਿਰ ਸੰਸਾਰ ਨਾਲ ਜੁੜ ਜਾਂਦਾ ਹੈ, ਕੰਨ ਸੁਣਨ ਲੱਗ ਜਾਂਦੇ ਨੇ ਮਾਇਆ ਦੇ। ਮਾਇਆ ਦੇ ਰਿਸ਼ਤੇ ਬਣ ਜਾਂਦੇ ਨੇ। ਬਸ ਫਿਰ ਇਹਦਾ ਖੇਲ ਸ਼ੁਰੂ ਹੋ ਜਾਂਦਾ ਮਾਇਆ ਦਾ। ਅੱਖੀਂ ਵੇਖ ਨਾ ਰੱਜੀਆਂ, ਬਹੁ ਰੰਗ ਤਮਾਸ਼ੇ ਇਹ ਨਹੀਂ ਰੱਜਦੀਆਂ। ਉਸਤਤ ਨਿੰਦਾ ਕੰਨ ਸੁਣ ਰੋਵਣ ਪੈ ਹਾਸੇ। ਖੇਲ ਸ਼ੁਰੂ ਹੋ ਗਿਆ। ਸਵਾਦੀ ਜੀਵ ਨਾ ਰੱਜੀਆਂ, ਕਰ ਭੋਗ ਵਿਲਾਸੇ। ਰੱਜ ਨਾ ਕੋਈ ਜੀਵ ਕੂੜੇ ਪ੍ਰਵਾਸੇ। ਫਿਰ ਇਹਦਾ ਜਾਣ ਨੂੰ ਜੀਅ ਨਹੀਂ ਕਰਦਾ। ਸਾਡਾ ਜਾਣ ਨੂੰ ਜੀਅ ਨਹੀਂ ਕਰਦਾ ਤਾਂ ਕੀ ਹੋਇਆ ਭਾਈ? ਇਹ ਤਾਂ ਜਾਣਾ ਪੈਣਾ, ਮ੍ਰਿਤ ਲੋਕ ਹੈ। ਰੋਜ਼ ਕੀਰਤਨ ਸੋਲਾ ਵੀ ਪੜ੍ਹਦੇ ਹਾਂ। ਸੰਮਤ ਸਾਹਾ ਲਿਖਿਆ, ਮਿਲ ਕਰ ਪਾਵੋ ਤਿਲ। ਕਦੋਂ ਦੇਖਾਂਗੇ ਭਾਈ? ਸਾਹਾ ਲਿਖਿਆ ਗਿਆ, ਸਮਾਂ ਲਿਖਿਆ ਗਿਆ, ਬਾਇਓਡਾਟਾ ਆਪਣਾ ਲਿਖਿਆ ਗਿਆ। ਜਦੋਂ ਦੇਵਲੋਕ 'ਚੋਂ ਹੁਕਮ ਹੋਇਆ, ਦੁਆਪਰ 'ਚ ਆਏ, ਦੁਆਪੁਰ ਗਰਭ 'ਚ ਜਦੋਂ ਬਾਹਰ ਆਏ, ਬਾਇਓਡਾਟਾ ਲਿਖਿਆ ਗਿਆ। ਉਹੀ ਤਾਂ ਆਪਾਂ ਦੇਖਣਾ ਵਾ। ਗੁਰ ਕੀ ਮੱਤ ਲੈ ਕੇ, ਆਪਦੀ ਮੱਤ ਨਾਲ ਨਹੀਂ ਅਸੀਂ ਕੁਛ ਵੀ ਕਰ ਸਕਦੇ। ਆਪਦੀ ਮੱਤ ਨਾਲ ਤਾਂ ਉਲਝ ਸਕਦੇ ਹਾਂ ਭਾਈ। ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚ ਹਮੇਸ਼ਾ ਹੀ ਰਹਿੰਦਾ ਭਾਈ। ਸੰਸਾਰ ਰਹੇ ਨਾ ਰਹੇ, ਇਹਨੂੰ ਸਮਝਣਾ, ਵਿਚਾਰਨਾ। ਅਸੀਂ ਇਹ ਜਿਹੜਾ ਗਿਆਨ ਪੈਦਾ ਹੋਊ, ਫਿਰ ਸਾਨੂੰ ਇਹ ਖੇਲ ਸਮਝ ਆਊਗੀ। ਜਿਹੜੇ ਇਹਨੂੰ ਸੁਣਦੇ ਵਿਚਾਰਦੇ ਨੇ, ਉਹਨਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ, ਉਹਨਾਂ 'ਤੇ ਕਿਰਪਾ ਹੋ ਚੁੱਕੀ ਹੈ। ਜਦੋਂ ਸਾਨੂੰ ਗਿਆਨ ਪੈਦਾ ਹੁੰਦਾ ਇਹਦੇ ਵਿੱਚੋਂ, ਸਮਝ ਲਓ ਕੁਦਰਤ ਨੇ ਸਾਡੇ 'ਤੇ ਕਿਰਪਾ ਕਰਤੀ ਹੈ। ਪਰ ਅਸੀਂ ਉਹ ਮੂਲ ਮੰਤਰ ਪੜ੍ਹ ਕੇ ਛੱਡ ਦਿੰਦੇ ਹਾਂ। ਮੂਲ ਮੰਤਰ ਕਰ ਲਿਆ ਜੀ। ਨਹੀਂ ਭਾਈ, ਮੂਲ ਹੁੰਦਾ ਅਸਲ ਮੰਤਰ ਹੁੰਦਾ ਵਿਧੀ। ਬਾਣੀ ਵਿਧੀ ਹੈ, ਮੰਤਰ ਹੈ, ਇਹੀ ਤਾਂ ਵਿਧੀ ਹੈ। ਪਰ ਇਹ ਹੋਰ ਨਹੀਂ ਜਾਣਦਾ ਕੋਈ। ਪਿੱਛੇ ਪੜ੍ਹਿਆ, ਹਰਨ ਭਰਨ ਨੇਤਰ ਜਾਕਾ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਕੋਈ ਨਹੀਂ ਹੋਰ ਜਾਣਦਾ। ਇਹੀ ਤਾਂ ਆਪਾਂ ਨੂੰ ਬਾਣੀ ਸਮਝਾ ਰਹੀ ਹੈ। ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਆਪਾਂ ਪਿੱਛੇ ਜਿਵੇਂ ਕਰਦੇ ਆਏ ਹਾਂ, ਸਲੋਕ ਨੇ ਇੱਕ ਪਦਾ ਵਿਚਾਰਦੇ ਹੁੰਦੇ ਹਾਂ, 7 ਪਦੇ ਰਹਿ ਜਾਂਦੇ ਨੇ। ਇਹ ਸਲੋਕ ਦਾ 8 ਪਦੇ ਸਾਰ ਹੈ, ਨਿਚੋੜ ਹੈ। ਸਾਨੂੰ ਸਮਝ ਆਉਣ ਲੱਗ ਗਈ, ਸਮਝ ਲਓ ਉਹਦੀ ਕਿਰਪਾ ਹੋ ਗਈ, ਰਹਿਮਤ ਹੋ ਚੁੱਕੀ ਹੈ ਦਾਤੇ ਦੀ। ਆਪਾਂ ਸ਼ੁਰੂ ਕਰੀਏ ਪਦਾ।
ਚਰਨ ਸਤ ਸਤ ਪਰਸਨਹਾਰ, ਪੂਜਾ ਸਤ ਸਤ ਸੇਵਦਾਰ। ਅਸੀਂ ਬਾਹਰਲੇ ਪੈਰਾਂ ਨੂੰ ਚਰਨ ਮੰਨੀ ਜਾਂਦੇ ਹਾਂ, ਉਹ ਇਹ ਤਾਂ ਮਿੱਟੀ ਹੈ ਭਾਈ, ਮਾਇਆ ਦੇ ਨੇ, ਇਹਨਾਂ ਨੂੰ ਹੀ ਪੂਜੀ ਜਾਂਦੇ, ਇਹਦੀ ਚਰਨਾਵਤ ਪੀ ਜਾਂਦੇ ਹਾਂ। ਉਹੀ ਤਾਂ ਭਰਮ ਹੈ, ਫਿਰ ਕਿੱਡਾ ਵੱਡਾ ਭਰਮ ਪੈ ਗਿਆ। ਸਤ ਦੇ ਚਰਨ ਪਰਸਨੇ ਨੇ, ਉਹ ਕੀ ਨੇ? ਨਿਰਭਉ, ਨਿਰਵੈਰ। ਉਹਦੇ ਚਰਨ ਪਰਸਨ ਨਾਲ ਕੀ ਹੁੰਦਾ ਹੈ? ਸਪਰਸ਼ ਕਰਨ ਨਾਲ ਸਾਨੂੰ ਕੀ ਮਿਲਦਾ? ਗਿਆਨ। ਆਤਮਾ 'ਚ ਗੁਣ ਪੈਦਾ ਹੋ ਜਾਂਦੇ ਨੇ, ਇਹ ਭੈ ਤੋਂ ਮੁਕਤ ਹੋ ਜਾਂਦੀ ਹੈ, ਨਿਰਵੈਰ ਹੋ ਜਾਂਦੀ ਹੈ, ਸੰਸਾਰ ਨੇ ਦਾ ਬੈਰ ਵਿਰੋਧ ਖਤਮ ਹੋ ਜਾਂਦਾ ਹੈ, ਕਾਲ ਤੋਂ ਮੁਕਤ ਹੋ ਜਾਂਦੀ ਹੈ। ਅਜੂਨੀ ਸਰੀਰ 'ਚ ਰਹਿੰਦਿਆਂ ਰਹਿੰਦਿਆਂ ਅਜੂਨੀ 'ਚੋਂ ਅਜੂਨੀ ਹੋ ਜਾਂਦੀ ਹੈ, ਸਰੀਰ 'ਚ ਰਹਿੰਦਿਆਂ ਰਹਿੰਦਿਆਂ ਭਗਤੀ ਕਰਕੇ ਆਪਦੇ ਘਰ ਪਹੁੰਚ ਜਾਂਦੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਦੋਂ ਸੱਤ ਦੇ ਚਰਨ ਪਰਸਦੇ ਹਾਂ ਅਸੀਂ, ਸੱਚ ਦਾ ਗਿਆਨ ਸਾਨੂੰ ਹੁੰਦਾ ਹੈ, ਚਰਨ ਪਰਸਨ ਵਾਲਾ ਸੱਤ ਹੋ ਜਾਂਦਾ, ਸੱਤ ਨਾਲ ਜੁੜ ਕੇ। 2 ਵਾਰੀ ਸੱਤ ਆਇਆ। ਫਿਰ ਕੀ ਅੱਗੇ ਆ ਗਿਆ? ਪੂਜਾ ਸਤ ਸਤ ਸੇਵਦਾਰ। ਉਹੀ ਤਾਂ ਸੇਵਦਾਰ ਹੈ ਭਾਈ, ਸੱਚ ਦਾ ਗਿਆਨ ਸਮਝ ਕੇ ਸੱਚ ਨੂੰ ਸਮਝਾਉਂਦਾ, ਸੱਚ ਨਾਲ ਜੁੜਿਆ ਰਹਿੰਦਾ। ਉਹੀ ਤਾਂ ਆਪਾਂ ਪਿੱਛੇ ਅਸ਼ਟਪਦੀ ਪੜ੍ਹੀ ਸੀ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਇੱਕ ਸੁਬਿਨ ਕੋਈ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਪਰ ਅਸੀਂ ਫਿਰ ਵੀ ਨਹੀਂ ਵਿਚਾਰਦੇ, ਆਪਦੀ ਮੱਤ ਨਾਲ ਉਪਦੇਸ਼ ਕਰ ਰਹੇ ਹਾਂ। ਗੁਰੂ ਘਰਾਂ 'ਚ ਜਾ ਕੇ ਬਾਣੀ ਸੁਣਨੀ ਸੀ, ਜਿੱਥੇ ਧਾਰਮਿਕ ਸਮਾਗਮ ਹੁੰਦੇ ਆ, ਵੱਡੇ ਵੱਡੇ ਸਾਡੇ ਇਤਿਹਾਸਕ ਗੁਰੂ ਘਰ ਨੇ, ਗੁਰੂ ਸਾਹਿਬਾਨਾਂ ਨੇ ਚਰਨ ਪਾਏ ਆ, ਉਹਨਾਂ ਨੂੰ ਸੰਸਾਰ ਪੂਜਦਾ। ਉਹ ਸਰੀਰ ਕਰਕੇ ਫਿਰ ਇਹ ਬਾਣੀ ਚਰਨਾਂ ਨੂੰ ਕਦੋਂ ਪੂਜਾਂਗੇ ਆਪਾਂ ਭਾਈ? ਜਦੋਂ ਸੱਚ ਦਾ ਗਿਆਨ ਹੋਊਗਾ। ਇਹੀ ਤਾਂ ਪ੍ਰਾਪਤੀ ਕਰਨੀ ਉੱਥੇ ਜਾ ਕੇ। ਤੁਹਾਨੂੰ ਕਾਲ ਛੂਹ ਵੀ ਜਾਵੇ, ਕਦੇ ਵੀ ਨਹੀਂ ਹੋ ਸਕਦਾ, ਪਰ ਗੁਰੂ ਦੇ ਚਰਨ ਤਾਂ ਤੁਸੀਂ ਪਰਸੇ ਹੀ ਨਹੀਂ ਹੈਗੇ। ਨਹੀਂ ਭਾਈ, ਆਪਾਂ ਪਰਸਣੇ ਨੇ। ਇਹ ਪਰਸਣਾ ਹੁੰਦਾ ਸਪਰਸ਼ ਕਰਨਾ। ਜਦੋਂ ਮਨ ਬੁੱਧੀ ਸੂਝਵਾਨ ਹੋ ਜਾਂਦੇ ਨੇ, ਗਿਆਨਵਾਨ ਹੋ ਜਾਂਦੇ ਹੈ, ਬੁੱਧੀ ਮਨ ਨੂੰ ਵਸ ਕਰ ਲੈਂਦੀ ਹੈ, ਸਾਡਾ ਸੰਸਾਰ ਨਾਲ ਝਗੜਾ ਖਤਮ ਹੋ ਜਾਂਦਾ। ਮਨ ਜੀਤੇ ਜਗ ਜੀਤ। ਲੜਕੇ ਨਹੀਂ ਅਸੀਂ ਜਿੱਤ ਸਕਦੇ ਭਾਈ। ਮਨ ਨੂੰ ਜਿੱਤਣਾ ਹੀ ਸਭ ਤੋਂ ਵੱਡੀ ਪ੍ਰਾਪਤੀ ਹੈ ਸੰਸਾਰ 'ਚ। ਫਿਰ ਉਸ ਤੋਂ ਬਾਅਦ ਅਸੀਂ ਹਰ ਦੇ ਚਰਨ ਪਰਸਦੇ ਹਾਂ। ਫਿਰ ਉਦੋਂ ਬਾਅਦ ਸਾਡੀ ਭਗਤੀ ਸ਼ੁਰੂ ਹੁੰਦੀ ਹੈ, ਹਰ ਦਾ ਜਸ ਸ਼ੁਰੂ ਹੋ ਜਾਂਦਾ। ਮਿਲ ਕੇ ਸੰਤ ਜਨਾਂ ਮਿਲ ਹਰ ਜਸ ਗਾਇਓ, ਸੰਤ ਲੋਕ ਪਹੁੰਚ ਜਾਂਦੇ ਹਾਂ ਅਸੀਂ। ਫਿਰ ਸਾਨੂੰ ਇਹ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ। ਪਰ ਅਸੀਂ ਤਾਂ ਸਰੀਰ ਨੂੰ ਹੀ ਮੰਨੀ ਜਾਂਦੇ, ਸਰੀਰ ਨੂੰ ਹੀ ਰੱਬ ਮੰਨੀ ਜਾਂਦੇ, ਬੰਦੇ ਨੂੰ ਹੀ ਰੱਬ ਮੰਨੀ ਜਾਂਦੇ। ਮਾਣਕ ਕੀ ਟੇਕ ਬਿਰਥੀ ਜਾਨ, ਦੇਵਨ ਕੋ ਏਕੇ ਭਗਵਾਨ। ਸਾਨੂੰ ਗਿਆਨ ਹੀ ਨਹੀਂ ਹੈਗਾ। ਉਹ ਸੇਵਦਾਰ ਹੈ ਭਾਈ। ਫਿਰ ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਦਰਸ਼ਨ ਸਤ ਸਤ ਪੇਖਨ ਹਾਰ, ਨਾਮ ਸਤ ਸਤ ਧਿਆਵਨ ਹਾਰ। ਦਰਸ਼ਨ ਆ ਗਿਆ ਨਾ, ਉਹੀ ਕਿਹਦਾ ਦਰਸ਼ਨ ਕਰਨਾ? ਸੱਤ ਦਾ। ਸੱਚ ਦਾ ਗਿਆਨ ਹੋ ਗਿਆ ਨਾ, ਫਿਰ ਸੱਚ ਨੂੰ ਦੇਖਾਂਗੇ। ਆ ਗਿਆ ਨਾ, ਪੇਖਣਹਾਰ ਆ ਗਿਆ, ਦੇਖਣਹਾਰ ਨਹੀਂ ਹੈ ਇੱਥੇ। ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋ ਪਾਈਏ ਰੇ, ਸੂਦੇ ਸੂਦੇ ਰੇਖ ਚਲੋ ਤੁਮ, ਨਤਰਕ ਧੱਕਾ ਦਵਾਈਏ ਰੇ। ਜੇ ਪੇਖਿਆ ਨਾ, ਸਮਝਿਆ ਨਾ। ਪੇਖਿਆ ਕੀ ਹੁੰਦਾ ਹੈ? ਪੇਖਣਾ ਹੁੰਦਾ ਬੁੱਧੀ ਨਾਲ। ਦੇਖਣਾ ਕੀ ਹੁੰਦਾ? ਅੱਖਾਂ ਨਾਲ। ਅੱਖਾਂ ਤਾਂ ਰਜਦੀਆਂ ਹੀ ਨਹੀਂ। ਫਿਰ ਦਰਸ਼ਨ ਸਤ, ਜਿਹੜੇ ਸੱਚ ਦਾ ਗਿਆਨ ਪ੍ਰਾਪਤ ਕਰ ਲੈਂਦੇ ਨੇ, ਭਗਤੀ ਕਰਦੇ ਨੇ, ਉਹੀ ਸੱਚ ਨੂੰ ਵੇਖਦੇ ਨੇ। ਉਹ ਵੇਖ ਕੇ ਦੱਸਿਆ ਸਤਿਗੁਰਾਂ ਨੇ ਆਪਾਂ ਨੂੰ, ਭਗਤ ਗੁਰੂ ਸਾਹਿਬਾਨਾਂ ਨੇ ਦੇਖ ਕੇ ਸਾਰੀ ਖੇਲ ਵੇਖ ਕੇ ਕਹਿ ਲਈ ਆਪਾਂ, ਸਮਝਾਈ ਆਪਾਂ ਨੂੰ। ਪਰ ਆਪਾਂ ਕੁਛ ਦੇਖਿਆ ਹੈ ਨਹੀਂ, ਪੂਰਨ ਅਸੀਂ ਹੋਈ ਬੈਠੇ। ਦਰਸ਼ਨ ਸਤ, ਜਿਹਨੂੰ ਦਰਸ਼ਨ ਗਿਆਨ ਹੋ ਗਿਆ, ਮਾਰਗ ਦਰਸ਼ਨ ਹੋ ਗਿਆ, ਪਹਿਲਾ ਪਦਾਰਥ ਗਿਆਨ ਮਿਲ ਗਿਆ, ਭੈ ਤੋਂ ਮੁਕਤ ਹੋ ਗਿਆ, ਪਹਿਲਾ ਗੁਣ ਮਿਲ ਗਿਆ, ਉਹ ਵੀ ਸੱਤ ਹੋ ਗਿਆ। ਕੋਈ ਵੀ ਹੋ ਸਕਦਾ ਹੈ। ਨਾਮ ਸਤ, ਉਹ ਤਾਂ ਹੈ ਹੀ ਸੱਤ। ਹੁਕਮ, ਜਿਹੜਾ ਹੁਕਮ ਦਾ ਜਸ ਕਰ ਰਿਹਾ, ਹੁਕਮ ਨਾਲ ਜੁੜਿਆ, ਉਹ ਵੀ ਸੱਤ ਹੋ ਚੁੱਕਿਆ। ਧਿਆਵਨ ਹਾਰ, ਜਿਹਦਾ ਧਿਆਨ ਲੱਗ ਗਿਆ। ਪਿੱਛੇ ਆਪਾਂ ਵਿਚਾਰਿਆ, ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖ ਨਾਲ ਪਤਾ ਨਹੀਂ ਕਿੰਨੇ ਕੁ ਹੋਰ ਨਿਕਲ ਜਾਂਦੇ ਨੇ। ਸਤਿਗੁਰਾਂ ਦੇ ਵਚਨ ਨੇ ਭਾਈ। ਹਾਂਜੀ, ਅੱਗੇ ਕੀ ਸਮਝਾਉਂਦੇ ਆ ਸਤਿਗੁਰ? ਆਪ ਸਤ, ਆਪ ਸੱਤ ਤੱਕ ਪਿੱਛੇ ਵਿਚਾਰਿਆ, ਆਦ ਸੱਚ ਹੈ, ਸਾਡੀ ਮਨ ਬੁੱਧੀ ਪਕੜ ਤੋਂ ਪਰੇ ਹੈ। ਅਗੰਗ ਅਗੋਚਰਾ, ਤੇਰਾ ਅੰਤ ਨਾ ਪਾਇਆ। ਸਤ ਸਭ ਧਾਰੀ, ਸੱਚ ਨੇ ਤਾਂ ਸਭ ਬੰਨ੍ਹ ਕੇ ਰੱਖੀ ਹੋਈ ਹੈ ਭਾਈ ਸ੍ਰਿਸ਼ਟੀ ਸਾਰੀ। ਸਗਲ ਸਮਗਰੀ ਆਪਣੇ ਸੂਤਰ ਧਾਰੀ।
ਆਪੇ ਗੁਣ ਕਿਹਦੇ ਗੁਣ ਨੇ? ਉਹਦੇ ਹੀ ਗੁਣ ਨੇ ਭਾਈ। 8 ਗੁਣਾਂ ਦਾ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਹੈ। ਜਦੋਂ ਅਸੀਂ ਇੱਕ ਹੋ ਜਾਂਦੇ ਹਾਂ ਫਿਰ ਸਾਨੂੰ ਸੱਚ ਦੀ ਸਮਝ ਆਉਂਦੀ ਹੈ। ਇੱਕ ਇੱਕ ਕਰਕੇ ਆਪਾਂ ਗੁਣਾਂ ਦੀ ਪ੍ਰਾਪਤੀ ਕਰਨੀ, ਇਹੀ ਤਾਂ ਭਗਤੀ ਹੈ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਸਰੀਰ ਕਰਕੇ ਅਸੀਂ ਪੂਰਨ ਹੋ ਜਾਂਦੇ, ਆਤਮਾ ਤੋਂ ਕੋਰੇ ਰਹਿ ਜਾਂਦੇ ਹਾਂ। ਸੰਸਾਰ ਸਾਨੂੰ ਭਗਤ ਮੰਨਣ ਲੱਗ ਜਾਂਦਾ। ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਬਿਨ ਗੁਣ ਕੀਤੇ ਭਗਤ ਨਾ ਹੋਈ, ਫਿਰ ਵੀ ਦੱਬੀ ਜਾਂਦੇ ਆਪਦੀ ਮੱਤ ਨਾਲ। ਦੇਖਦੀ ਹਾਂ ਰੋਜ਼ ਕੀ ਪ੍ਰਚਾਰਕ ਕੀ ਕਰ ਰਹੇ ਨੇ, ਗਿਆਨ ਹੀ ਨਹੀਂ ਹੈਗਾ। ਸਤਿਗੁਰ ਕੀ ਸਮਝਾਉਂਦੇ ਨੇ, ਉਹੀ ਸਜ਼ਾ ਫਿਰ ਆਪਾਂ ਨੂੰ। ਕਿਹਦੇ ਗੁਣ ਨੇ? ਉਹਦੇ ਗੁਣ ਨੇ। ਸਾਚੇ ਤੇ ਪਵਨਾ ਪਿਆ, ਪਵਨੇ ਤੇ ਜਲ ਹੋਏ, ਜਲ ਤੇ ਤਰੈ ਭਵਨ ਸਾਜਿਆ, ਘਟ ਘਟ ਜੋਤ ਸਮੋਏ। ਜਦ ਦੀ ਹਵਾ ਖਾਸ ਨਾਲੋਂ ਕੱਟੀ ਹੈ, ਹੁਕਮ ਚੱਲ ਰਹੀ ਹੈ, ਭੈਵੇਂ ਚੱਲੇ ਪਵਨ, ਟਕਰਾ ਰਹੀ ਹੈ ਆਕਾਸ਼ ਨਾਲ। ਇਵੇਂ ਜਦ ਦਾ ਮਨ ਹੁਕਮ ਨਾਲੋਂ ਅਲੱਗ ਹੋਇਆ, ਟਕਰਾ ਰਿਹਾ, ਉਹੀ ਤਾਂ ਕਲਪਨਾ ਕਰ ਰਿਹਾ, ਉਹੀ ਤਾਂ ਕਾਲ ਹੈ ਭਾਈ। ਕਾਲ ਕਲਪਨਾ ਕਦੇ ਨਾ ਖਾਏ, ਆਦਿ ਪੁਰਖ ਮੇ ਰਹੇ ਸਮਾਏ। ਆਦਿ ਪੁਰਖ ਉਹੀ ਆ ਗਿਆ, ਆਦਿ ਸੱਚ। ਉਸ ਦਾ ਸਮਾਉਣਾ ਆਪਾਂ, ਸਰੀਰ ਨੇ ਥੋੜ੍ਹੀ ਸਮਾਉਣਾ ਭਾਈ, ਆਤਮਾ ਨੇ ਜਾਣਾ, ਮਨ ਬੁੱਧੀ ਨੇ ਜਾਣਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ। ਅਨੇਕਾਂ ਉਪਦੇਸ਼ ਪਏ ਆਪਣੇ ਕੋਲੇ, ਉਹਦੇ ਹੀ ਗੁਣ ਨੇ ਭਾਈ। ਗੁਣਾਂ ਦੀ ਕਾਰ ਸੰਸਾਰ ਲੱਗਿਆ ਹੋਇਆ ਭਾਈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ, ਜੋ ਤਿਸ ਭਾਵੇ ਨਾਨਕਾ ਸਾਈਂ ਗੱਲ ਚੰਗੀ। ਜਦੋਂ ਸਾਡਾ ਮਨ ਭਾਣੇ 'ਚ ਆ ਜਾਂਦਾ ਹੈ, ਫਿਰ ਸਾਰੀ ਖੇਲ ਸਮਝ ਆਉਂਦੀ ਹੈ। ਮਨ ਨੂੰ ਭਾਣੇ 'ਚ ਲਿਆਉਣਾ ਭਾਈ, ਬਾਣੀ ਨੂੰ ਸੱਤ ਕਰਕੇ ਮੰਨਣਾ, ਜੋ ਹੋ ਰਿਹਾ ਸੰਸਾਰ 'ਚ ਉਹਨੂੰ ਮਿੱਠਾ ਕਰਕੇ ਮੰਨਣਾ। ਮਨ ਮੰਨਦਾ ਨਹੀਂ ਗਿਆਨ ਤੋਂ ਬਿਨਾਂ ਭਾਈ। ਜਦੋਂ ਮਨ ਤੁਹਾਡਾ ਮੰਨੂਗਾ ਫਿਰ ਸਾਰੀ ਖੇਲ ਸਮਝ ਆਉਣੀ ਹੈ। ਕਹੋ ਕਬੀਰ ਜਬ ਜਾਣਿਆ ਤੂੰ ਮਨ ਮਾਨਿਆ। ਫਿਰ ਮਨ ਮੰਨ ਜਾਂਦਾ। ਗਿਆਨ ਨਾ ਉਹ ਨਹੀਂ ਮਨ ਮੰਨਦਾ। ਹਰ ਪ੍ਰੇਮ ਬਾਣੀ ਮਨ ਮਾਰਿਆ, ਹਰ ਕਥਾ ਹੈ ਭਾਈ ਬਾਣੀ, ਇਹ ਪ੍ਰੇਮਾ ਭਗਤੀ ਹੈ। ਫਿਰ ਮਨ ਮੰਨ ਜਾਂਦਾ, ਮਨ ਮਰ ਜਾਂਦਾ ਤਾਂ ਭਾਵ ਇੱਛਾ ਤੋਂ ਮੁਕਤ ਹੋ ਜਾਂਦਾ, ਫਿਰ ਇਹ ਜਿਉਂਦਾ ਹੁੰਦਾ ਹੈ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਸੰਤ ਵਾਲੀ ਅਸ਼ਟਪਦੀ, ਸੰਤ ਕਾ ਦੋਖੀ ਮਰੇ ਨਾ ਜਵਾਈਏ। ਜਦੋਂ ਮਰਿਆ ਹੀ ਨਹੀਂ ਭਾਈ, ਇੱਛਾ ਤੋਂ ਮੁਕਤ ਨਹੀਂ ਹੋਇਆ, ਜਨਮ ਇਹਦਾ ਕਿਵੇਂ ਹੋਊਗਾ? ਉਹ ਅਸੀਂ ਸੰਸਾਰੀ ਸੰਤਾਂ ਦੀ, ਸੰਸਾਰੀ ਸਤਿਗੁਰਾਂ ਦੀ, ਸੰਸਾਰੀ ਗੁਰੂਆਂ ਦੀ ਗੱਲ ਲਈ ਬੈਠੇ। ਉਹ ਭਾਈ ਉਹ ਤਾਂ ਮਾਇਆ ਦਾ ਅੰਮ੍ਰਿਤ ਲੋਕ ਹੈ, ਇਹ ਤਾਂ ਛੱਡਣਾ ਪੈਣਾ, ਇਹਦੀ ਤਾਂ ਗੱਲ ਹੀ ਨਹੀਂ। ਬਾਣੀ ਤਾਂ ਸਾਨੂੰ ਦੂਏ ਨਿਰਾਕਾਰ ਭਾਵ ਨਿਰੰਕਾਰ ਦੇ ਦੇਸ਼ ਦੀ ਗੱਲ ਸਮਝਾ ਰਹੀ ਹੈ, ਆਕਾਰ ਤੋਂ ਰਹਿਤ। ਸਿੱਧੀ ਸਮਝਾਉਣੀ ਔਖੀ ਹੈ। ਇਹ ਹਿੰਟ ਦੇ ਦੇ ਕੇ ਗਾਈਡ ਕੀਤਾ ਹੈ ਸਾਨੂੰ, ਉਪਦੇਸ਼ ਦੇ ਦੇ ਕੇ, ਸਾਰਾ ਕਰ ਕਰਕੇ ਵੀ ਕਿਵੇਂ ਨਾ ਕਿਵੇਂ ਜੀਵ ਨੂੰ ਸਮਝ ਆ ਜਾਵੇ। ਇਹ ਗੁਣ ਤਾਂ ਭਾਈ ਸਾਰੇ ਉਹਦੇ ਨੇ। ਸਾਰਾ ਸੰਸਾਰ ਉਹਨੇ ਧੰਦੇ ਲਾਇਆ ਹੋਇਆ ਵਾ। ਬਰਾਬਰੀ ਕਿਹਦੀ ਕਰਦੇ ਹਾਂ ਅਸੀਂ? ਉਹਦੀ। ਜਮਾਂ ਨਾਲ ਮਿਲ ਕੇ ਵਿਰੋਧ ਕਿਹਦਾ ਕਰਦੇ ਹਾਂ? ਜਿਹਨੇ ਜੰਮ ਬਣਾਏ ਨੇ। ਭਗਤ ਕਬੀਰ ਦਾ ਆਪਾਂ ਸਲੋਕ ਲਈਏ, ਕਬੀਰ ਮੇਰੀ ਬੁੱਧ ਕੋ ਜੰਮ ਨਾ ਕਰੇ ਤਿਰਸਕਾਰ, ਜਿਹਨੇ ਜਮੂਆ ਸਿਰਜਿਆ ਮੈਂ ਜਪਿਆ ਪਰਬਰਦਗਾਰ। ਉਹ ਪਰਬਰਦਗਾਰ ਨੂੰ ਜਪਣਾ ਭਾਈ, ਜਿਹਨੇ ਜਮੂਆ ਬਣਾਏ, ਜੰਮ ਬਣਾਏ ਨੇ, ਸੰਸਾਰ ਬਣਾਇਆ। ਅਸੀਂ ਤਾਂ ਉਹਦੇ ਨੇ ਮਿਲ ਕੇ ਵਿਰੋਧ ਕਿਹਦਾ ਕਰਦੇ ਹਾਂ? ਹੁਕਮ ਦਾ। ਉਹ ਹੁਕਮ ਨੇ ਤਾਂ ਸਾਰਾ ਕੁਝ ਪੈਦਾ ਕੀਤਾ ਭਾਈ। ਸਾਨੂੰ ਸਮਝ ਨਹੀਂ ਨਾ ਹੁੰਦੀ ਤਾਂ ਅਸੀਂ ਵਿਰੋਧ ਕਰਦੇ ਹਾਂ, ਸਾਨੂੰ ਗਿਆਨ ਨਹੀਂ ਹੁੰਦਾ। ਉਹੀ ਤਾਂ ਲੈਣਾ ਭਾਈ ਆਪਾਂ। ਗੁਣਾਂ ਵਿੱਚ ਸੰਸਾਰ ਲੱਗਿਆ ਹੋਇਆ ਭਾਈ। ਉਹ ਮਾਇਆ ਦੇ ਗੁਣ ਨੇ, ਇਹ ਆਤਮਾ ਦੇ ਗੁਣ ਨੇ। ਫੇਰ ਹੀ ਆਤਮਾ ਆਪਦੇ ਘਰ ਨੂੰ ਜਾਊਗੀ। ਅੱਗੇ ਸਤਿਗੁਰ ਕੀ ਸਮਝਾਉਂਦੇ? ਸ਼ਬਦ ਸਤ ਸਤ ਪ੍ਰਭ ਵਕਤਾ, ਸੁਰਤ ਸਤ ਸਤ ਜਸ ਸੁਣਤਾ। ਸ਼ਬਦ ਤੋਂ ਭਾਵ ਉਪਦੇਸ਼ ਬਾਣੀ ਸੱਤ ਹੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਸੱਤ ਦਾ ਜਿਹੜਾ ਜਸ ਸੁਣਦਾ ਵਾ, ਕਿੱਥੇ ਸੁਣਿਆ ਜਾਂਦਾ ਜਸ ਸੱਤ ਦਾ? ਅੰਦਰ ਜਾ ਕੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਂ ਇਸਕਾ ਬਸਰਾਮ। ਸੁਨ ਸੰਵਾਦ ਤੈ ਅਨਹਤ ਨਾਦ, ਕਹੀ ਨਾ ਜਾਈ ਅਚਰਜ ਬਿਸ਼ਮਾਦ। ਹੈਰਾਨ ਹੋ ਜਾਂਦਾ ਹੈ। ਉਹ ਤਾਂ ਅੰਦਰ ਜਾ ਕੇ ਸੁਣਿਆ ਜਾਣਾ ਭਾਈ, ਦੇਵਲੋਕ ਜਾ ਕੇ ਸੁਣਿਆ ਜਾਣਾ, ਜਿੱਥੋਂ ਸਾਰੀ ਖੇਲ ਸਮਝੀ ਜਾਂਦੀ, ਜਿੱਥੋਂ ਸਾਰੀ ਖੇਲ ਨੂੰ ਸੰਭਾਲਿਆ ਜਾਂਦਾ। ਉੱਥੇ ਜਾ ਕੇ ਪਤਾ ਲੱਗਦਾ। ਉਹੀ ਤਾਂ ਉਹਦਾ ਦਰ ਹੈ, ਉਹੀ ਤਾਂ ਦਰਗਾਹ ਹੈ। ਉੱਥੇ ਤਾਂ ਭਗਤ ਬਹਿੰਦੇ ਨੇ। ਉਹ ਭਗਤ ਅਵਸਥਾ ਹੈ ਭਾਈ। ਸਰੀਰ ਕਰਕੇ ਭਗਤ ਬਣ ਜਾਂਦੇ ਹਾਂ ਅਸੀਂ? ਨਹੀਂ ਨਹੀਂ। ਭਗਤ ਤੇਰੇ ਇੱਦਾਂ ਭਗਤ ਤੇਰੇ ਮਨ ਭਾਵਦੇ, ਦਰ ਸੋਹਣ ਕੀਰਤ ਗਾਵਦੇ। ਉਹ ਦਰ 'ਤੇ ਬਹਿ ਕੇ ਕੀਰਤੀ ਕਰਦੇ। ਉਹੀ ਤਾਂ ਗੁਰਸਿੱਖ ਨੇ ਭਾਈ, ਉਹੀ ਤਾਂ ਸੰਤ ਜਨ ਨੇ, ਉਹੀ ਤਾਂ ਭਗਤ ਜਨ ਨੇ। ਸੁਰਤ ਸੱਤ ਹੋ ਜਾਂਦੀ ਹੈ ਜਸ ਸੁਣ ਸੁਣ ਕੇ। ਬਾਹਰੋਂ ਸੁਣਨਾ ਅਸੀਂ ਭਾਈ, ਨਾਮ ਸਾਨੂੰ ਅੰਦਰੋਂ ਹੀ ਪ੍ਰਾਪਤ ਹੋਣਾ। ਇਹ ਅੰਦਰ ਜਾਣ ਤੱਕ ਆਪਾਂ ਨੂੰ ਬਾਣੀ ਗਾਈਡ ਕਹਿ ਲਈਏ, ਰਾਹ ਦੱਸਦੀ ਹੈ। ਨਦੀਆਂ ਪਵੇ ਸਮੁੰਦਰ ਨਾ ਜਾਣੀ। ਨਦੀਆਂ ਨਾਲ ਜਿਵੇਂ ਸਮੁੰਦਰ ਨੂੰ ਨਹੀਂ ਜਾਣਦੇ, ਸਮੁੰਦਰ ਦਾ ਰੂਪ ਹੋ ਜਾਂਦੇ ਨੇ, ਇਵੇਂ ਸਿੱਖ ਚੱਲ ਕੇ ਇਹ ਤੇ ਸੱਤ ਹੋ ਜਾਂਦੇ ਨੇ, ਗੁਰੂ ਦਾ ਰੂਪ ਹੀ ਹੋ ਜਾਂਦੇ ਨੇ। ਸ਼ਬਦ ਸਤ ਸਤ ਪ੍ਰਵਕਤਾ,
ਜੋ ਬੋਲ ਰਹੀ ਹੈ ਬਾਣੀ ਸੱਤ ਹੈ ਭਾਈ। ਸੱਤ ਹੀ ਸੁਣਨਾ ਆਪਾਂ, ਉਹ ਅੰਦਰ ਜਾ ਕੇ ਸੁਣਿਆ ਜਾਂਦਾ ਹੈ। ਉਹ ਧੁਰਕੀ ਬਾਣੀ ਹੈ, ਉਹੀ ਤਾਂ ਨਾਦ ਹੈ, ਉਹੀ ਤਾਂ ਹੁਕਮ ਹੈ, ਉਹੀ ਤਾਂ ਨਾਮ ਹੈ। ਨਾਮੇ ਹੀ ਉਤਪਤ, ਨਾਮੇ ਹੀ ਪਰਲੋ। ਨਾਮ ਨਾਲ ਸ੍ਰਿਸ਼ਟੀ ਪੈਦਾ ਹੁੰਦੀ ਹੈ, ਨਾਮ ਨਾਲ ਸਮਾਪਤ ਹੁੰਦੀ ਹੈ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਬੁੱਝਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਪ੍ਰਭ ਤਾਂ ਸਤ ਹੈ, ਸਤਿਗੁਰ ਸਮਝਾਉਂਦੇ ਹਮੇਸ਼ਾ ਹੀ ਰਹਿੰਦਾ ਵਾ। ਸਾਡਾ ਸਰੀਰ ਵੀ ਸੱਚ ਲੱਗਦਾ ਹੈ ਸਾਨੂੰ, ਸੱਤ ਕਰਕੇ ਤਾਂ ਲੱਗਦਾ ਜਦ ਤੱਕ ਜੋਤ ਨੂਰ ਅੰਦਰ ਹੈ ਸਾਡੇ। ਪਰ ਜਿਹੜੇ ਬੁੱਝ ਲੈਂਦੇ ਨੇ, ਬੁੱਝਨਹਾਰ ਕੋ ਸਤ ਸਭ ਹੋਏ, ਉਹ ਤਾਂ ਜਾਣ ਲੈਂਦੇ ਨੇ ਭਾਈ ਸਾਰਾ ਸੱਤ ਹੀ ਕਰ ਰਿਹਾ ਵਾ। ਸੱਚ 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 ਪ੍ਰਭ ਕੀਨਾ ਕੋਟ ਮਦੇ, ਬਿਰਲੇ ਚੀਨਾ। ਆਓ ਆਪਾਂ ਵੀ ਇਹ ਅਵਸਥਾ ਪ੍ਰਾਪਤ ਕਰੀਏ, ਸਮਝੀਏ, ਇਹਨੂੰ ਵਿਚਾਰਦੇ ਰਹੀਏ। ਇਹ ਜੋ ਸੱਚ ਦਾ ਗਿਆਨ ਪੈਦਾ ਹੁੰਦਾ ਵਾ, ਉਹ ਗਿਆਨ ਨਾਲ ਫਿਰ ਮਨ ਟਿਕਦਾ ਵਾ। ਫਿਰ ਅਸੀਂ ਸਰੀਰ 'ਚ ਰਹਿੰਦੇ ਰਹਿੰਦੇ ਹੀ ਆਪਦੇ ਘਰ ਪਹੁੰਚ ਜਾਂਦੇ ਹਾਂ। ਉਹ ਕੀ ਹੈ? ਦੇਵਲੋਕ। ਇਹ ਅਵਸਥਾ ਦੇ ਨਾਂ ਨੇ। ਦੇਵਲੋਕ ਸਾਡੀ ਫਿਰ ਭਗਤੀ ਸ਼ੁਰੂ ਹੁੰਦੀ ਆ। ਉਹੀ ਉਹਦਾ ਦਰ ਹੈ, ਦਰਗਾਹ ਹੈ, ਉਹੀ ਦਸਵਾਂ ਦਵਾਰ ਹੈ, ਉਹੀ ਹਰਮੰਦਰ ਹੈ। ਉੱਥੇ ਹਰਦੁਆਰ ਕਹਿ ਲਈਏ, ਉੱਥੇ ਬਹਿ ਕੇ ਫਿਰ ਇਹ ਭਗਤੀ ਸ਼ੁਰੂ ਹੁੰਦੀ ਹੈ। ਲੋਕ ਪਰਲੋਕ ਦੋਨੇ ਤੀਂਦੇ ਹੈ। ਜਦੋਂ ਫਿਰ ਇਹ ਭਗਤੀ ਸਾਡੀ ਪੂਰੀ ਹੋ ਜਾਂਦੀ ਹੈ, ਸੇਵਾ ਕਰਤ ਹੋਏ ਨਹਿਕਾਮੀ, ਤਿਸ ਕੋ ਹੋਏ ਪ੍ਰਾਪਤ ਸੁਆਮੀ। ਫਿਰ ਸੁਆਮੀ ਹੁਕਮ ਦਾ ਦਰਸ਼ਨ ਹੁੰਦਾ ਹੈ ਭਾਈ। ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੇ ਵਿਕਸੇ ਅੰਤਰਜਾਮੀ। ਇਹ ਆਪਾਂ ਪ੍ਰਾਪਤੀ ਕਰਨੀ ਹੈ। ਆਓ ਸਾਰੇ ਮਿਲ ਕੇ ਇਹਨੂੰ ਵਿਚਾਰਦੇ ਰਹੀਏ। ਇੱਕ ਪਦਾਕ ਸਲੋਕ ਆਪਾਂ ਵਿਚਾਰਿਆ ਵਾ, 7 ਪਦੇ ਰਹਿ ਗਏ, ਆਪਾਂ ਦੂਏ ਪਾਠ 'ਚ ਵਿਚਾਰਨੇ ਆ। ਆਓ ਆਪਾਂ ਸਾਰੇ ਮਿਲ ਕੇ ਰਹਿਮਤ ਲਈਏ, ਸਾਡਾ ਸੰਸਾਰ 'ਤੇ ਆਉਣਾ ਸਫਲ ਹੋਏ। ਸਤਿਗੁਰ ਆਇਓ ਸ਼ਰਨ ਤੁਮਾਰੀ। ਸ਼ਰਨ ਜਾਣਾ ਹੈ ਭਾਈ, ਨੀਵੇਂ ਹੋਈਏ ਹੋਏ ਨਿਮਾਣਾ, ਜਗ ਰਹੇ ਦਰਗੇ ਮਾਣ ਨਿਮਾਣਾ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।